ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਿਵੇਂ ਆਪਾਂ ਦੇਖਦੇ ਹਾਂ ਕਿ ਕੋਈ ਇਨਸਾਨ ਜਦ ਆਪਣੀ ਗੱਡੀ ਦੇ ਉੱਤੇ ਸੜਕ 'ਤੇ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਿਹਾ ਹੈ ਤਾਂ ਉਹ ਦੇਖਦਾ ਹੈ ਕਿ ਸੜਕ ਦੇ ਉੱਤੇ ਜਿੰਨੇ ਵੀ ਸੰਕੇਤਕ ਬੋਰਡ ਲੱਗੇ ਆ ਉਹ ਉਹਦੀ ਮਦਦ ਵਾਸਤੇ ਆ। ਅਗਰ ਇਹ ਜੋ ਇਸ਼ਾਰੇ ਉਹਨੂੰ ਮਿਲਦੇ ਆ ਕਿ ਅੱਗੇ ਚੌਂਕ ਹੈ, ਅੱਗੇ ਸੜਕ ਉੱਚੀ ਨੀਵੀਂ ਹੈ, ਜਾਂ ਇਸ ਰੋਡ ਦੇ ਉੱਤੋਂ ਇਸ ਸਪੀਡ ਦੇ ਵਿੱਚ ਗੱਡੀ ਚਲਾਉਣੀ ਆ, ਉਹਨੂੰ ਇਸ ਸਾਰੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਤਾਂ ਜੋ ਉਹ ਆਪਣੀ ਮੰਜ਼ਿਲ ਦੇ ਉੱਤੇ ਸਹੀ ਸਲਾਮਤ ਨਾਲ ਪਹੁੰਚ ਸਕੇ। ਅਗਰ ਉਹ ਡਰਾਈਵਰ ਆਪਣੀ ਗੱਡੀ ਦੇ ਨਾਲ ਇਹਨਾਂ ਲੱਗੇ ਹੋਏ ਬੋਰਡ ਸੰਕੇਤਾਂ ਦੀ ਪਰਵਾਹ ਨਾ ਕਰੇ ਤਾਂ ਫਿਰ ਉਹਦੀ ਗੱਡੀ ਦਾ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈਗਾ ਅਤੇ ਉਹ ਆਪਣੀ ਮੰਜ਼ਿਲ ਦੇ ਉੱਤੇ ਫਿਰ ਪਹੁੰਚ ਨਹੀਂ ਸਕਦਾ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਰੂਪੀ ਗੱਡੀ ਜਦ ਇਸ ਦੁਨੀਆ ਦੇ ਉੱਤੇ ਆਉਂਦੀ ਆ ਅਤੇ ਇਹਦੇ ਉੱਤੇ ਵਾਹਿਗੁਰੂ ਵੱਲੋਂ ਇਹਨੂੰ ਸਮੇਂ ਦੇ ਉੱਤੇ ਨਿਰਦੇਸ਼ ਦਿੱਤੇ ਜਾਂਦੇ ਆ। ਇਹ ਨਿਰਦੇਸ਼ ਇਨਸਾਨ ਨੂੰ ਬਾਹਰੋਂ ਨਹੀਂ, ਇਨਸਾਨ ਦੇ ਅੰਦਰੋਂ ਹੀ ਕਿਸੇ ਗੈਬੀ ਆਵਾਜ਼ ਦੀ ਰੂਪ ਦੇ ਵਿੱਚ ਇਸ ਨੂੰ ਸਮੇਂ 'ਤੇ ਮਿਲਦੇ ਰਹਿੰਦੇ ਆ। ਅਗਰ ਇਨਸਾਨ ਇਸ ਗੈਬੀ ਆਵਾਜ਼ ਦੀ ਪਰਵਾਹ ਕਰਦਾ ਹੈਗਾ, ਚਿੰਤਾ ਕਰਦਾ ਹੈ ਜਾਂ ਇਸ ਆਵਾਜ਼ ਨੂੰ ਸੁਣਦਾ ਹੈ ਅਤੇ ਇਸ ਆਵਾਜ਼ ਨੂੰ ਸੁਣਨ ਦੇ ਉੱਤੇ ਉਹ 'ਤੇ ਅਮਲ ਕਰਦਾ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਗੈਬੀ ਆਵਾਜ਼ ਹੈ ਇਹ ਮੈਨੂੰ ਦੁਨੀਆ ਦੀਆਂ ਸਾਰੀਆਂ ਚੰਗੀਆਂ ਅਤੇ ਮੰਦੀਆਂ ਚੀਜ਼ਾਂ ਦੀ ਜਾਣ ਪਹਿਚਾਣ ਕਰਾਉਂਦੀ ਹੈ ਅਤੇ ਇਹਨਾਂ ਤੋਂ ਹੋਣ ਵਾਲੇ ਨਫੇ ਨੁਕਸਾਨ ਤੋਂ ਮੈਨੂੰ ਬਚਾ ਕੇ ਰੱਖਦੀ ਹੈ। ਇਸੇ ਤਰ੍ਹਾਂ ਇਨਸਾਨ ਅਗਰ ਇਸ ਆਵਾਜ਼ ਦੀ ਪਰਵਾਹ ਕਰਦਾ ਹੈ ਤਾਂ ਆਪਣੀ ਜ਼ਿੰਦਗੀ ਨੂੰ ਬਹੁਤ ਸਰਲ ਅਤੇ ਸੌਖੇ ਤਰੀਕੇ ਨਾਲ ਇਸ ਦੁਨੀਆ ਦੇ ਵਿੱਚ ਸੁੱਖਾਂ ਦੇ ਰੂਪ ਦੇ ਵਿੱਚ ਬਤੀਤ ਕਰਦਾ ਹੈਗਾ। ਕਿਉਂਕਿ ਇਹ ਜਿਹੜੀ ਗੈਵੀ ਆਵਾਜ਼ ਹੈ ਇਹ ਫਿਰ ਇਨਸਾਨ ਦੀ ਸਕੇ ਮਾਤਾ ਪਿਤਾ ਦੀ ਤਰ੍ਹਾਂ ਹੀ ਉਹਦੀ ਪਾਲਣਾ ਕਰਦੀ ਹੈ ਅਤੇ ਉਹਨੂੰ ਸਮੇਂ 'ਤੇ ਨਿਰਦੇਸ਼ ਦਿੰਦੀ ਹੈ। ਪਰ ਜਿਹੜੇ ਇਨਸਾਨ ਇਸ ਗੈਵੀ ਆਵਾਜ਼ ਦੀ ਜੋ ਸੰਕੇਤ ਆਉਂਦੇ ਆ ਉਹਦੀ ਪਰਵਾਹ ਨਾ ਕਰਨ, ਆਪਣੇ ਮਨ ਦੀ ਮਰਜ਼ੀ ਕਰਨ ਜਾਂ ਆਪਣੀ ਮੌਜ ਕਰਨ, ਇਹ ਫਿਰ ਜਿਹੜੀ ਆਵਾਜ਼ ਹੈਗੀ ਆ ਇਹ ਸਮਾਂ ਪਾ ਕੇ ਉਹਨਾਂ ਇਨਸਾਨਾਂ ਨੂੰ ਸੰਕੇਤ ਦੇਣੇ ਬੰਦ ਕਰ ਦਿੰਦੀ ਆ। ਜਿਉਂ ਕਹਿ ਲਓ ਕਿ ਇਹ ਆਵਾਜ਼ ਉਹਨਾਂ ਇਨਸਾਨਾਂ ਦੇ ਅੰਦਰ ਫਿਰ ਸਦਾ ਲਈ ਬੰਦ ਹੋ ਜਾਂਦੀ ਆ ਅਤੇ ਜਿਨ੍ਹਾਂ ਇਨਸਾਨਾਂ ਦੇ ਅੰਦਰ ਇਹ ਗੈਵੀ ਆਵਾਜ਼ ਸਦਾ ਲਈ ਬੰਦ ਹੋ ਜਾਂਦੀ ਆ ਅਤੇ ਉਹਨਾਂ ਦੀ ਫਿਰ ਜ਼ਿੰਦਗੀ ਹਨੇਰੇ ਦੁੱਖਾਂ ਅਤੇ ਤਕਲੀਫਾਂ ਦੇ ਵਿੱਚ ਵੀ ਬਤੀਤ ਹੋ ਜਾਂਦੀ ਆ। ਜਿਉਂ ਕਹਿ ਲਓ ਕਿ ਇਹੋ ਜਿਹੇ ਜਿਹੜੇ ਇਨਸਾਨ ਹਨ ਫਿਰ ਸਮਾਂ ਪਾ ਕੇ ਇੱਕ ਤ੍ਰਿਸ਼ਨਾ ਰੂਪੀ ਵੱਡੇ ਕਿਲੇ ਦੇ ਅੰਦਰ ਫਸ ਜਾਂਦੇ ਆ ਜਿੱਥੇ ਕੇਵਲ ਅਤੇ ਕੇਵਲ ਦੁੱਖ ਹੀ ਹੁੰਦਾ ਹੈ, ਹਨੇਰਾ ਹੀ ਹੁੰਦਾ ਹੈ। ਪਰ ਜਿਹੜੇ ਇਨਸਾਨ ਇਸ ਆਵਾਜ਼ ਨੂੰ ਜਾਣਦੇ ਆ, ਪਹਿਚਾਣਦੇ ਆ, ਇਸ ਆਵਾਜ਼ ਦੇ ਕਿਸੇ ਦੇ ਉੱਤੇ ਤੁਰਦੇ ਆ, ਉਹ ਇਨਸਾਨ ਇੱਕ ਨਾ ਇੱਕ ਦਿਨ ਉਸ ਮੁਕਾਮ ਉੱਤੇ ਪਹੁੰਚ ਜਾਂਦੇ ਆ ਜਿੱਥੇ ਸਦਾ ਹੀ ਚਾਨਣ ਹੁੰਦਾ ਹੈ, ਸਦਾ ਹੀ ਖੁਸ਼ੀ ਹੁੰਦੀ, ਸਦਾ ਹੀ ਖੇੜਾ ਹੁੰਦਾ ਅਤੇ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਬਤੀਤ ਹੁੰਦੀ ਆ। ਪਰ ਜਿਹੜੇ ਇਨਸਾਨ ਇਸ ਆਵਾਜ਼ ਦੀ ਪਰਵਾਹ ਨਾ ਕਰਨ ਉਹ ਫਿਰ ਉਸ ਪਾਤਸ਼ਾਹ ਵਰਗੇ ਹੋ ਜਾਂਦੇ ਆ ਜਿਸ ਪਾਤਸ਼ਾਹ ਨੂੰ ਕੋਈ ਨਾ ਕੋਈ ਜਿਹੜਾ ਦੂਸਰਾ ਪਾਤਸ਼ਾਹ ਹੈ ਉਹਦੇ ਰਾਜ ਦੇ ਵਿੱਚ ਉਹਦੇ ਉੱਤੇ ਫਤਿਹ ਪ੍ਰਾਪਤ ਕਰਕੇ ਉਹਨੂੰ ਆਪਣੇ ਕਿਲੇ ਦੇ ਅੰਦਰ ਕੈਦ ਕਰ ਲੈਂਦਾ ਹੈ ਅਤੇ ਇਹ ਜਿਹੜਾ ਕੈਦੀ ਹੋਇਆ ਬਾਦਸ਼ਾਹ ਹੈ ਇਹਦਾ ਜਿਹੜਾ ਰਾਜ ਭਾਗ, ਖੁਸ਼ੀਆਂ, ਖੇੜੇ ਉਹ ਫਿਰ ਸਦਾ ਲਈ ਉੱਤੋਂ ਚਲੇ ਜਾਂਦੇ ਆ। ਇਹ ਫਿਰ ਬਾਦਸ਼ਾਹ ਸਾਰੀ ਉਮਰ ਉਸ ਕਿਲੇ ਦੇ ਵਿੱਚ ਹੀ ਇੱਕ ਗੁਲਾਮ ਦੀ ਜ਼ਿੰਦਗੀ ਬਸਰ ਕਰਦੇ ਆ। ਬਸ ਇਹੋ ਹੀ ਇਨਸਾਨ ਦਾ ਕੰਮ ਹੈ ਕਿ ਜਿਹੜੇ ਤਾਂ ਆਵਾਜ਼ ਦੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਫਿਰ ਇਸ ਦੁਨੀਆ ਦੇ ਵਿੱਚ ਸਾਰੀ ਉਮਰ ਗੁਲਾਮੀ ਦੀ ਸ਼ਕਲ ਦੇ ਵਿੱਚ ਹੀ ਬਤੀਤ ਹੋ ਜਾਂਦੀ ਆ। ਜਿਵੇਂ ਮਹਾਂਪੁਰਖਾਂ ਦੇ ਕਥਨ ਆ ਕਿ ਅਗਰ ਇਸ ਗੁਲਾਮ ਹੋਇਆ ਬਾਦਸ਼ਾਹ ਤ੍ਰਿਸ਼ਨਾ ਰੂਪੀ ਗੜ੍ਹ ਕਿਲੇ ਦੇ ਵਿੱਚ ਕੈਦ ਹੋਇਆ ਹੈ ਪਰ ਫਿਰ ਵੀ ਕਿਉਂ ਵਾਹਿਗੁਰੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀ ਸਹਾਇਤਾ ਵਾਸਤੇ ਕਦੀ ਨਾ ਕਦੀ ਉਹਦੀ ਆਤਮਾ ਨੂੰ ਆ ਕੇ ਹਲੂਣਾ ਜ਼ਰੂਰ ਦੇ ਦਿੰਦਾ, ਕਿਉਂਕਿ ਇਹ ਵਾਹਿਗੁਰੂ ਜੀ ਦਾ ਬਿਰਧ ਹੈਗਾ ਅਤੇ ਵਾਹਿਗੁਰੂ ਜੀ ਚਾਹੁੰਦੇ ਆ ਕਿ ਸਦਾ ਗੁਲਾਮ ਨਾ ਰਹੇ ਪਰ ਫਿਰ ਵੀ ਉਹ ਵਾਹਿਗੁਰੂ ਜੀ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ, ਕਿਸੇ ਨਾ ਕਿਸੇ ਗੁਰਮੁਖ ਪਿਆਰੇ ਦੇ ਰੂਪ ਵਿੱਚ ਜਾਂ ਕਿਸੇ ਨਾ ਕਿਸੇ ਐਸੀ ਆਵਾਜ਼ ਦੇ ਰੂਪ ਦੇ ਵਿੱਚ ਉਸ ਤੱਕ ਇਹ ਸੁਨੇਹਾ ਦੇ ਦਿੰਦੇ ਆ ਕਿ ਅਸਲ ਦੇ ਵਿੱਚ ਤੂੰ ਬਾਦਸ਼ਾਹ ਹੈ
ਪਰ ਆਪਣੀ ਗਲਤੀ ਦੇ ਕਰਕੇ, ਆਪਣੇ ਕਾਰਨਾਂ ਦੇ ਕਰਕੇ ਤੂੰ ਇਹ ਤ੍ਰਿਸ਼ਨਾ ਰੂਪੀ ਗੜ੍ਹ ਦਾ ਜਿਹੜਾ ਕਿਲਾ ਹੈ ਨਾ, ਇਹਦੇ ਵਿੱਚ ਕੈਦ ਹੋ ਗਿਆ ਹੈ। ਅਗਰ ਤੂੰ ਆਪਣੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨਾ ਹੈ, ਮੁੜ ਕੇ ਉਹ ਖੁਸ਼ੀਆਂ ਹਾਸਲ ਕਰਨੀਆਂ, ਤੇ ਇਸ ਕਿਲੇ ਦੀ ਕੰਧ ਨੂੰ ਤੈਨੂੰ ਟੱਪਣਾ ਹੀ ਪਵੇਗਾ। ਅਗਰ ਉਹ ਬਾਦਸ਼ਾਹ ਜਿਹੜਾ ਹੈਗਾ ਉਹ ਕੰਧ ਨੂੰ ਟੱਪਣ ਦੀ ਹਿੰਮਤ ਨਾ ਕਰੇ, ਨਾ ਜਟਾਵੇ, ਨਾ ਯਤਨ ਕਰੇ, ਤਾਂ ਫਿਰ ਉਹਦੀ ਜ਼ਿੰਦਗੀ ਹਮੇਸ਼ਾ ਹੀ ਉਸ ਕਿਲੇ ਦੇ ਵਿੱਚ ਸੜ ਕੇ ਉੱਥੇ ਹੀ ਦਫਨ ਹੋ ਜਾਂਦੀ ਆ। ਜਿਵੇਂ ਬਾਹਰ ਸੂਰਜ ਚੜ੍ਹਿਆ ਹੋਵੇ, ਸੂਰਜ ਦਾ ਚਾਨਣਾ ਹੋਵੇ, ਕੋਈ ਵੀ ਪ੍ਰਾਣੀ ਉੱਠ ਕੇ ਬੂਹੇ ਬਾਰੀਆਂ ਨਾ ਖੋਲ੍ਹੇ, ਸੂਰਜ ਦੇ ਚਾਨਣੇ ਦੇ ਵਿੱਚ ਨਾ ਜਾਵੇ, ਤਾਂ ਫਿਰ ਉਹ ਸੂਰਜ ਦੇ ਚਾਨਣੇ ਤੋਂ ਲਾਭ ਨਹੀਂ ਉਠਾ ਸਕਦਾ। ਇਸੇ ਤਰ੍ਹਾਂ ਇਹ ਜਿਹੜੇ ਗੁਰਮੁਖ ਪਿਆਰੇ ਆ, ਜਿਹੜਾਂ ਦੀ ਆਵਾਜ਼ ਨੂੰ ਦੂਸਰੇ ਜਿਹੜੇ ਤ੍ਰਿਸ਼ਨਾ ਰੂਪੀ ਗੜ੍ਹ ਦੇ ਕਿਲੇ ਦੇ ਵਿੱਚ ਫਸੀਆਂ ਆਤਮਾ ਹੈਗੀਆਂ, ਅਗਰ ਉਹ ਆਪਣੀ ਧੀਰਜ ਤੇ ਹਿੰਮਤ ਨਹੀਂ ਜਟਾਉਂਦੀਆਂ ਤੇ ਆਪਣੇ ਜੀਵਨ ਨੂੰ ਹਮੇਸ਼ਾ ਹਨੇਰੇ ਦੀਆਂ ਗੁਲਾਮ ਹੀ ਸਮਝ ਲੈਂਦੀਆਂ ਹੈ, ਤਾਂ ਉਹਨਾਂ ਦਾ ਫਿਰ ਜੀਵਨ ਜਿਹੜਾ ਹੈ ਨਾ, ਉਹ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਇੱਕ ਗੁਲਾਮ ਦੀ ਜ਼ਿੰਦਗੀ ਸਦਾ ਵਾਸਤੇ ਇੱਕ ਦੁਖੀ ਤੇ ਹਮੇਸ਼ਾ ਵਾਸਤੇ ਨਿਕੰਮੀ ਤੇ ਡੈਡ ਹੋ ਜਾਂਦੀ ਆ। ਪਰ ਅਗਰ ਉਹ ਗੁਰਮੁਖ ਪਿਆਰਿਆਂ ਦੀ ਬਾਂਹ ਫੜ ਕੇ ਉਸ ਕਿਲੇ 'ਚੋਂ ਨਿਕਲਣ ਦਾ ਯਤਨ ਕਰਦੇ ਆ, ਤੇ ਸਮਾਂ ਆਉਂਦਾ ਹੈਗਾ ਕਿ ਜਿੱਦਣ ਉਹ ਤ੍ਰਿਸ਼ਨਾ ਰੂਪੀ ਗੜ੍ਹ ਕਿਲੇ ਦੀ ਕੰਧ ਨੂੰ ਟੱਪ ਕੇ ਮੁੜ ਕੇ ਆਪਣੇ ਰਾਜ ਦੇ ਵਿੱਚ ਚਲੇ ਜਾਂਦੇ ਹੈ, ਜਿਸ ਰਾਜ ਦੇ ਵਿੱਚ ਉਹਦੀ ਸੱਚੀ ਪਾਤਸ਼ਾਹੀ ਹੈ, ਤੇ ਉਸ ਸੱਚੀ ਪਾਤਸ਼ਾਹ ਦੇ ਅੰਦਰ ਉਹਦੇ ਅੰਦਰ ਸਦਾ ਹੀ ਸੱਤ, ਚਿੱਤ, ਆਨੰਦ ਤੇ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਸੋ ਫਿਰ ਉਹਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਇਸ ਕਿਲੇ ਦੇ ਵਿੱਚੋਂ ਕੱਢਣ ਵਾਲਾ ਕੋਈ ਦੂਸਰਾ ਨਹੀਂ ਹੈ, ਇਹ ਉਹਦੀ ਆਵਾਜ਼ ਹੀ ਹੈ ਜਿਹਨੂੰ ਅਸੀਂ ਆਤਮਾ ਦੀ ਆਵਾਜ਼ ਆਖਦੇ ਹਾਂ। ਇਸ ਆਤਮਾ ਦੀ ਆਵਾਜ਼ ਨੂੰ ਜੋ ਇਸ਼ਾਰਾ ਤੇ ਸੰਦੇਸ਼ ਦਿੰਦਾ ਹੈ, ਉਹ ਇਸ ਆਵਾਜ਼ ਤੋਂ ਉੱਪਰ ਜੋ ਪਰਮਾਤਮਾ ਹੈ, ਜਿਹੜੀ ਪਰਮਾਤਮਾ ਹੈਗੀ ਆ, ਉਹ ਇਸ ਆਵਾਜ਼ ਨੂੰ ਸਮੇਂ-ਸਮੇਂ 'ਤੇ ਇਸ਼ਾਰਾ ਦਿੰਦੀ ਆ। ਤੇ ਇਹ ਜਿਹੜੀ ਆਤਮਾ ਹੈ, ਇਹ ਫਿਰ ਮਨ ਨੂੰ ਇਸ਼ਾਰਾ ਦਿੰਦੀ ਆ, ਮਨ ਜਿਹੜਾ ਫਿਰ ਸਰੀਰ ਨੂੰ ਇਸ਼ਾਰਾ ਦਿੰਦਾ। ਅਗਰ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤ ਆ ਜਾਵੇ ਜਾਂ ਉਹਦੀ ਗੱਲ ਮੰਨੀ ਜਾਵੇ, ਤਾਂ ਫਿਰ ਇਹ ਸਾਰੀਆਂ ਸਮੱਸਿਆ ਜਿਹੜੀਆਂ ਹੈ, ਇਹ ਸਦਾ ਦੇ ਵਾਸਤੇ ਖਤਮ ਹੋ ਜਾਂਦੀਆਂ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਗੁਰਮੁਖ ਪਿਆਰੇ ਇਸ ਮੁਕਾਮ ਨੂੰ ਫਤਿਹ ਕਰ ਲੈਂਦੇ ਆ ਜ਼ਿੰਦਗੀ ਦੇ ਵਿੱਚ, ਹਰ ਮੁਸੀਬਤ ਦਾ ਮੁਕਾਬਲਾ ਕਰਕੇ ਉਹ ਇੱਕ ਨਾ ਇੱਕ ਦਿਨ ਉਸ ਮੁਕਾਮ ਉੱਤੇ ਪਹੁੰਚ ਜਾਂਦੇ ਆ, ਜਿਸ ਮੁਕਾਮ ਨੂੰ ਉਹਨਾਂ ਨੇ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਹੁੰਦਾ ਕਿ ਇਹ ਜਿਹੜੀ ਚੀਜ਼ ਆ ਸਾਨੂੰ ਹਾਸਲ ਹੋ ਸਕਦੀ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਕਬੀਰ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੇ ਹਰ ਗਿਆ ਬਹੋਰੇ ਬਿਤ। ਕਹਿੰਦੇ ਜਦੋਂ ਗਰਜ ਹੁੰਦੀ ਅਸੀਂ ਉਦੋਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਪਰ ਅਗਰ ਗਰਜ ਤੋਂ, ਲੋੜ ਤੋਂ ਬਗੈਰ ਹੀ ਪਰਮੇਸ਼ਰ ਨੂੰ ਯਾਦ ਕਰੀਏ, ਤਾਂ ਕਹਿੰਦੇ ਫਿਰ ਇਹਦੇ ਦੋ ਲਾਭ ਆ ਕਿ ਅਮਰਾਪੁਰ ਬਾਸਾ ਕਰੇ, ਉਹ ਇਨਸਾਨ ਸਦਾ ਲਈ ਅਮਰ ਹੋ ਜਾਂਦਾ, ਇੱਕ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਸਦਾ ਲਈ ਕਾਇਮ ਹੋ ਜਾਂਦਾ। ਤੇ ਹਰ ਗਿਆ ਬਹੋਰੇ ਬਿਤ, ਜਿਹੜੀ ਚੀਜ਼, ਜਿਹੜੀ ਖੁਸ਼ੀ ਉਹ ਤੋਂ ਚਲ ਗਈ ਆ, ਉਹ ਚੀਜ਼ ਉਹਨੂੰ ਵਾਪਸ ਮਿਲ ਜਾਂਦੀ ਆ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਜਿਵੇਂ ਕਿਸੇ ਦੀਵਾਰ ਦੇ ਵਿੱਚ ਵੱਡੇ ਸਾਰੇ ਕਾਗਜ਼ ਦੇ ਉੱਤੇ ਕਿਸੇ ਜੰਗ ਦਾ ਜੋ ਨਕਸ਼ਾ ਖਿੱਚਿਆ ਹੋਵੇ, ਉਸ ਨਕਸ਼ੇ ਦੇ ਵਿੱਚ, ਚਿੱਤਰ ਦੇ ਵਿੱਚ ਇਹ ਚੀਜ਼ ਦਿਖਾਲੀ ਹੋਵੇ ਕਿ ਜੰਗ ਦੋਨੇ ਪਾਸੇ ਬੜੀ ਭਿਆਨਕ ਹੁੰਦੀ ਆ, ਬੜੀਆਂ ਤੋਪਾਂ, ਗੋਲੀ ਤੇ ਤੀਰਾਂ ਦੀ ਵਰਖਾ ਹੋ ਰਹੀ ਆ, ਸਿਪਾਹੀ ਇੱਕ ਦੂਜੇ ਨਾਲ ਜੂਝ ਰਹੇ ਆ, ਬੜਾ ਖੂਨ ਖਰਾਬਾ ਹੋ ਰਿਹਾ ਹੈਗਾ, ਤੇ ਉਹ ਸਾਰਾ ਹੀ ਜਿਹੜਾ ਚਿੱਤਰ ਹੈਗਾ, ਉਹ ਆਦਮੀ ਜਿਹੜਾ ਦੇਖਦਾ ਹੈ ਉਹਨੂੰ ਇਸ ਜੰਗ ਦੇ ਨਜ਼ਾਰੇ ਦੇ ਵਿੱਚ ਭੈਭੀਤ ਕਰ ਦਿੰਦਾ ਹੈਗਾ। ਪਰ ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਚਿੱਤਰ ਹੈਗਾ, ਇਹ ਇਸੇ ਤਰ੍ਹਾਂ ਹੈ ਜਿਵੇਂ ਹਰੇਕ ਇਨਸਾਨ ਦੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਸਟਰਗਲ ਹੁੰਦੀ ਆ। ਪਰ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਕਿ ਇੱਕ ਵਾਰੀ ਇਹੋ ਜਿਹਾ ਚਿੱਤਰ ਜਿਹੜਾ ਸੀ, ਕਿਸੇ ਚਿੱਤਰਕਾਰ ਨੇ ਬਣਾ ਕੇ ਕਿਸੇ ਨਮੈਸ਼ ਵਾਲੀ ਵੱਡੀ ਕੰਧ ਦੇ ਉੱਤੇ ਜਦ ਲਾਇਆ ਸੀਗਾ, ਕਹਿੰਦੇ ਜਦ ਉਸ ਨੂੰ ਦੇਖਣ ਗਏ ਅਸੀਂ, ਉਹ ਜੰਗ ਦਾ ਜੋ ਸੀਨ, ਉਹਦੇ ਉੱਤੇ ਦ੍ਰਿਸ਼ ਜੋ ਉਹਦੇ ਉੱਤੇ ਚਿੱਤਰਿਆ ਹੋਇਆ ਸੀਗਾ, ਉਹਨੂੰ ਦੇਖ ਕੇ ਹਰੇਕ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਸੀ। ਪਰ ਉਸ ਚਿੱਤਰਕਾਰ ਨੇ ਬੜਾ ਹੀ ਸੁੰਦਰ ਉਹਦੇ ਵਿੱਚ ਇੱਕ ਚੀਜ਼ ਲਿਖੀ ਸੀ ਕਿ ਸਾਰਾ ਚਿੱਤਰ, ਇਸ ਜੰਗ ਦਾ ਨਕਸ਼ਾ ਬਣਾ ਕੇ ਉਸ ਚਿੱਤਰ ਦੇ ਥੱਲੇ ਲਿਖਿਆ ਸੀਗਾ ਕਿ ਗਿਆਨੀ। ਕਹਿੰਦੇ ਜਿਹੜਾ ਗਿਆਨੀ ਲਫ਼ਜ਼ ਲਿਖਿਆ ਸੀਗਾ, ਉਹ ਚਰਿੱਤਰ ਦੇ ਵਿੱਚ ਇੱਕ ਬਹੁਤ ਵੱਡੀ ਬੁਝਾਰਤ ਸੀਗੀ, ਜਿਸ ਨੂੰ ਪੜ੍ਹ ਕੇ ਹਰੇਕ ਆਦਮੀ ਜਿਹੜਾ ਸੀਗਾ ਉਹ ਸੋਚੀ ਪੈ ਜਾਂਦਾ ਸੀਗਾ ਕਿ ਇੰਨਾ ਜੋ ਜੰਗ ਦਾ ਖੂਨ ਖਰਾਬਾ ਇਸ ਚਿੱਤਰ ਦੇ ਵਿੱਚ ਬਣਾਇਆ ਗਿਆ ਕਿ ਜਿਸ ਨੂੰ ਦੇਖ ਕੇ ਹਰੇਕ ਇਨਸਾਨ ਦੇ ਅੰਦਰ ਕੰਬਣੀ ਛੱਡ ਜਾਂਦੀ ਆ। ਪਰ ਥੱਲੇ ਜੋ ਗਿਆਨੀ ਲਿਖਿਆ ਹੈਗਾ,
ਇਹਦੀ ਸਮਝ ਨਹੀਂ ਆਉਂਦੀ ਕਿ ਇਹਦੀ ਕੀ ਹੈ। ਪਰ ਜਦੋਂ ਚਿੱਤਰਕਾਰ ਨੂੰ ਪੁੱਛਿਆ ਗਿਆ ਤਾਂ ਫਿਰ ਉਸ ਚਿੱਤਰਕਾਰ ਨੇ ਇਹ ਦੱਸਿਆ ਸੀਗਾ ਕਿ ਜਿਵੇਂ ਇਸ ਚਿੱਤਰ ਦੇ ਵਿੱਚ ਜੰਗ ਦਾ ਜਿੰਨਾ ਵੀ ਸੀਨ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਜੋ ਜੰਗ ਦਾ ਸੀਨ ਜਿਹੜਾ ਹੈਗਾ ਉਹ ਅਸਲ ਦੇ ਵਿੱਚ ਸਾਡੇ ਅੰਦਰ ਚਿੱਤਰ ਜਾਵੇ। ਪਰ ਗਿਆਨੀ ਲਫ਼ਜ਼ ਦੀ ਜਿਹੜੀ ਮਹਿਮਾ ਇਸ ਕਰਕੇ ਲਾਈ ਆ ਕਿ ਜਿਹੜਾ ਗਿਆਨੀ ਹੁੰਦਾ ਹੈਗਾ ਉਹ ਚਿੱਤਰ ਦੇ ਉੱਤੇ ਜਿਹੜਾ ਕਾਗਜ਼ ਹੈਗਾ, ਜਿਸ ਕਾਗਜ਼ ਦੇ ਉੱਤੇ ਚਿੱਤਰ ਬਣਾਇਆ ਹੈ, ਉਹ ਉਸ ਕਾਗਜ਼ ਦੀ ਨਿਆਈ ਹੁੰਦਾ ਹੈਗਾ, ਕਿਉਂਕਿ ਕਾਗਜ਼ ਦੇ ਉੱਤੇ ਬਣਿਆ ਚਿੱਤਰ ਦੂਸਰੇ ਆਦਮੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈਗਾ, ਪਰ ਜਿਹੜਾ ਕਾਗਜ਼ ਹੈ ਜਿਸ ਉੱਤੇ ਚਿੱਤਰ ਲਿਖਿਆ ਗਿਆ ਹੈ ਉਹਨੂੰ ਪ੍ਰਭਾਵਿਤ ਨਹੀਂ ਕਰਦਾ। ਭਾਵ ਕੀ ਆ, ਇਸੇ ਕਰਕੇ ਹੀ ਗਿਆਨੀ ਲੋਕ ਜਿਹੜੇ ਹੁੰਦੇ ਹਨ ਉਹ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਦੁਨੀਆ ਦੀਆਂ ਸਾਰੀਆਂ ਜੋ ਮੁਸ਼ਕਲਾਂ ਹੁੰਦੀਆਂ ਹਨ ਉਹਨਾਂ ਨੂੰ ਦੇਖਦੇ ਤਾਂ ਜ਼ਰੂਰ ਆ, ਪਰ ਇਹਨਾਂ ਮੁਸ਼ਕਲਾਂ ਤੋਂ ਦੁਖੀ ਨਹੀਂ ਹੁੰਦੇ, ਘਬਰਾਉਂਦੇ ਨਹੀਂ ਹੈ। ਉਹਨਾਂ ਦੇ ਅੰਦਰ ਹਮੇਸ਼ਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਉਹ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਨਹੀਂ। ਕਿਉਂਕਿ ਉਹਨਾਂ ਦੇ ਅੰਦਰ ਜੋ ਆਤਮਾ ਦੀ ਆਵਾਜ਼ ਹੈਗੀ ਉਹ ਉਹਨਾਂ ਦੀ ਹਮੇਸ਼ਾ ਅਗਵਾਈ ਕਰਦੀ ਹੈ। ਤਾਂ ਉਹ ਇਸ ਆਤਮਾ ਦੀ ਅਗਵਾਈ ਦੇ ਨਾਲ ਆਪਣੀ ਜ਼ਿੰਦਗੀ ਨੂੰ ਐਸੇ ਉੱਚੇ ਮਕਾਮ 'ਤੇ ਖੜਾ ਕਰ ਦਿੰਦੇ ਆ ਜਿਸ ਮਕਾਮ ਦੇ ਉੱਤੇ ਨਾ ਕਦੀ ਦੁੱਖ ਹੁੰਦਾ, ਨਾ ਤਕਲੀਫ, ਅਤੇ ਨਾ ਦੁਨੀਆ ਦੀਆਂ ਜਿੰਨੀਆਂ ਵੀ ਊਚ ਨੀਚ ਜਾਂ ਤੂਫਾਨ ਦੀਆਂ ਲਹਿਰਾਂ ਹੁੰਦੀਆਂ ਉਹਨਾਂ ਨੂੰ ਉੱਥੇ ਪਹੁੰਚ ਸਕਦੀਆਂ ਹੈਗੀਆਂ। ਜਿਵੇਂ ਆਪਾਂ ਦੇਖਦੇ ਹਾਂ ਕਿ ਸਮੁੰਦਰ ਦੇ ਉੱਤੇ ਜਵਾਰ ਭਾਟਾ ਆਉਂਦਾ, ਉਸ ਜਵਾਰ ਭਾਟਾ ਜਦੋਂ ਆਉਂਦਾ ਹੈਗਾ ਤਾਂ ਵੱਡੇ ਵੱਡੇ ਜਿਹੜੇ ਸ਼ਿਪ ਹੁੰਦੇ ਆ ਉਹ ਖੜ੍ਹੇ ਕਰ ਦਿੱਤੇ ਜਾਂਦੇ ਆ ਅਤੇ ਸਮੁੰਦਰ ਦਾ ਦ੍ਰਿਸ਼ ਜਿਹੜਾ ਹੈ ਨਾ ਬੜਾ ਭਿਆਨਕ ਹੋ ਜਾਂਦਾ। ਪਰ ਸਮੁੰਦਰ ਦੇ ਥੱਲੇ ਦਾ ਪਾਣੀ ਜਿਹੜਾ ਹੁੰਦਾ ਜਿਹਦੇ ਉੱਤੇ ਏਡੇ ਭਾਰੇ ਜਵਾਰ ਭਾਟ ਆਉਂਦੇ ਆ, ਉਸ ਗਿਆਨੀ ਨੂੰ ਪਤਾ ਹੁੰਦਾ ਕਿ ਸਮੁੰਦਰ ਦਾ ਜਿਹੜਾ ਹੇਠਲਾ ਪਾਣੀ ਤਹਿ ਦਾ ਹੈਗਾ ਉਹ ਉਸੇ ਤਰ੍ਹਾਂ ਸ਼ਾਂਤ ਹੈ ਜਿਵੇਂ ਉੱਪਰਲਾ ਪਾਣੀ ਜਵਾਰ ਭਾਟੇ ਤੋਂ ਪਹਿਲਾਂ ਸ਼ਾਂਤ ਸੀਗਾ। ਉੱਪਰ ਭਾਵੇਂ ਜਿੰਨਾ ਮਰਜ਼ੀ ਜਵਾਰ ਭਾਟਾ ਆਵੇ, ਪਰ ਹੇਠਲਾ ਜੋ ਪਾਣੀ ਹੈਗਾ ਉਸ ਪਾਣੀ ਨੂੰ ਇਸ ਜਵਾਰ ਭਾਟੇ ਦੀ ਖਬਰ ਤੱਕ ਨਹੀਂ ਹੁੰਦੀ, ਉਹ ਆਪਣੀ ਤਹਿ ਦੇ ਵਿੱਚ ਉਸੇ ਤਰ੍ਹਾਂ ਹੀ ਸ਼ਾਂਤ ਖੜਾ ਰਹਿੰਦਾ ਹੈ। ਇਸ ਕਰਕੇ ਗੁਰਮੁਖ ਪਿਆਰਿਆਂ ਦੀ ਜ਼ਿੰਦਗੀ ਦੇ ਵਿੱਚ ਅਗਰ ਇਸ ਤਰ੍ਹਾਂ ਦੇ ਝੱਖੜ ਝੁੱਲਦੇ ਆ, ਇਹ ਦੁੱਖਾਂ ਤਕਲੀਫਾਂ ਦੀਆਂ ਹਨੇਰੀਆਂ ਆਉਂਦੀਆਂ, ਪਰ ਉਹ ਆਪਣੇ ਮਨ ਦੇ ਅੰਦਰ ਹਮੇਸ਼ਾ ਸ਼ਾਂਤੀ ਅਤੇ ਸਦੀਵੀ ਖੇੜੇ ਦੇ ਵਿੱਚ ਟਿਕੇ ਰਹਿੰਦੇ ਆ। ਉਹਨਾਂ ਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ। ਕਿਉਂਕਿ ਉਹਨਾਂ ਨੇ ਵਾਹਿਗੁਰੂ ਦੀ ਜਿਹੜੀ ਆਵਾਜ਼ ਹੈਗੀ ਹੈ ਨਾ, ਜੋ ਹਰੇਕ ਪ੍ਰਾਣੀ ਦੇ ਅੰਦਰ ਆਉਂਦੀ ਆ, ਉਹਨੂੰ ਸੁਣਨ ਦਾ ਬਲ ਸਿੱਖ ਲਿਆ ਹੈਗਾ, ਅਤੇ ਇਸ ਆਵਾਜ਼ ਦੇ ਸਹਾਰੇ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਹਮੇਸ਼ਾ ਵਾਸਤੇ ਸੁਖੀ ਬਣਾ ਲਈ ਆ। ਜਿਵੇਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਹੈ ਕਿ ਇੱਕ ਆਵਾਜ਼ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਆਉਂਦੀ ਰਹੀ ਕਿ ਭਾਈ ਤੂੰ ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਕਹਿੰਦੇ ਪਹਿਲੇ ਅਸੀਂ ਜਿਹੜੀ ਆਵਾਜ਼ ਸੀਗੀ ਇਹ ਸੁਣੀ ਨਹੀਂ, ਇਹਦੀ ਪਰਵਾਹ ਨਹੀਂ ਕੀਤੀ, ਪਰ ਸਮਾਂ ਪਾ ਕੇ ਇਹ ਆਵਾਜ਼ ਜ਼ੋਰ ਦੀ ਆਉਣ ਲੱਗੀ ਕਿ ਭਾਈ ਬੰਦਗੀ ਕਰ, ਬੰਦਗੀ ਕਰ। ਪਰ ਜਦੋਂ ਮੈਂ ਕਹਿੰਦੇ ਇਸ ਜਵਾਬ ਦਾ ਆਵਾਜ਼ ਜਿਹੜੀ ਮੇਰੇ ਅੰਦਰੋਂ ਆਉਂਦੀ ਸੀ ਇਹਦਾ ਜਵਾਬ ਦਿੱਤਾ, ਤਾਂ ਕਹਿੰਦੇ ਮੈਂ ਕਿਹਾ ਕਿ ਮੈਂ ਕਿਉਂ ਬੰਦਗੀ ਕਰਾਂ, ਕਿਉਂ ਭਜਨ ਕਰਾਂ, ਕਿਉਂਕਿ ਦੁਨੀਆ ਬੜੀ ਸੋਹਣੀ ਹੈ, ਦੁਨੀਆ ਬਹੁਤ ਸੋਹਣੀ ਹੈ, ਇਹਦੇ ਵਿੱਚ ਬੜੀਆਂ ਮੌਜਾਂ ਨੇ, ਮੈਂ ਬੰਦਗੀ ਕਰਕੇ ਇਹਨਾਂ ਮੌਜਾਂ ਤੋਂ ਖੇਡਾਂ ਤੋਂ ਕਿਉਂ ਅਵੇਸਲਾ ਰਹਾਂ। ਤਾਂ ਫਿਰ ਕਹਿੰਦੇ ਆਵਾਜ਼ ਜਿਹੜੀ ਸੀਗੀ ਇਹ ਸੁਣ ਕੇ ਚੁੱਪ ਕਰ ਗਈ, ਪਰ ਸਮਾਂ ਭਰ ਕੇ ਇੱਕ ਦਿਨ ਫਿਰ ਮੈਨੂੰ ਕਹਿਣ ਲੱਗੀ, ਕਹਿੰਦੇ ਦੇਖ ਭਾਈ ਤੇਰੇ ਗੁਰਦੇਵ ਨੇ ਝੂਠ ਨਹੀਂ ਬੋਲਿਆ, ਗੁਰੂ ਨਾਨਕ ਸਾਹਿਬ ਨੇ ਝੂਠ ਨਹੀਂ ਬੋਲਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਸ ਕਹਿੰਦੇ ਜਦੋਂ ਮੈਨੂੰ ਇਸ ਗੱਲ ਦੀ ਸਮਝ ਆ ਗਈ ਕਿ ਦੁਨੀਆ ਦੇ ਹੋਰ ਕੰਮਕਾਰ ਇਕੱਲਾ ਮਨੋਰੰਜਨ ਤੋਂ ਬਗੈਰ ਦੂਸਰਾ ਕੋਈ ਜ਼ਿੰਦਗੀ ਨੂੰ ਉੱਚਾ ਚੱਕਣ ਦਾ ਮੁਕਾਮ ਨਹੀਂ ਹੈ, ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਦਾ ਕੋਈ ਹੋਰ ਸਾਧਨ ਨਹੀਂ ਹੈਗਾ। ਕੇਵਲ ਅਤੇ ਕੇਵਲ ਜ਼ਿੰਦਗੀ ਦੀ ਅਸਲੀਅਤ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਉਂਗਲੀ ਨੂੰ ਪਕੜ ਕੇ ਹੀ ਸਮਝ ਆ ਸਕਦੀ ਹੈ। ਅਗਰ ਅਸੀਂ ਦੁਨੀਆ ਦੇਖਣੀ ਹੈ ਅਤੇ ਬਾਬੇ ਨਾਨਕ ਦੀ ਉਂਗਲੀ ਨੂੰ ਪਕੜ ਕੇ ਦੇਖੀਏ ਤਾਂ ਜੋ ਇਸ ਦੁਨੀਆ ਦੇ ਸੁੱਖਾਂ ਦੇ ਵਿੱਚ, ਦੁਨੀਆ ਦੇ ਮੌਜ ਮੇਲੇ ਮਸਤੀਆਂ ਵਿੱਚ ਨਾ ਗਵਾਚੀਏ। ਇਸ ਨੂੰ ਇਸ ਤਰ੍ਹਾਂ ਦੇਖੀਏ ਜਿਵੇਂ ਇੱਕ ਬੱਚਾ ਆਪਣੇ ਪਿਤਾ ਦੀ ਉਂਗਲੀ ਨੂੰ ਫੜ ਕੇ ਮੇਲਾ ਦੇਖਦਾ, ਤਾਂ ਮੇਲਾ ਦੇਖਣ ਲੱਗੇ ਜਦੋਂ ਛੱਡ ਕੇ ਆਉਂਦਾ ਹੈ ਮੇਲਾ, ਤਾਂ ਫਿਰ ਉਹਨੂੰ ਮੇਲਾ ਜੋ ਹੈਗਾ ਉਹ ਛੱਡਣ ਦੇ ਵੇਲੇ ਦੁੱਖ ਨਹੀਂ ਹੁੰਦਾ। ਬਸ ਇਹੋ ਹੀ ਜਿਹੜੀ ਆਵਾਜ਼, ਜਿਹੜੀ ਆਤਮਾ ਦੀ ਆਵਾਜ਼ ਹੈ, ਹਰੇਕ ਪ੍ਰਾਣੀ ਨੂੰ ਟੁੰਬਦੀ ਆ, ਉਹਨੂੰ ਜਗਾਉਂਦੀ ਆ। ਅਗਰ ਇਨਸਾਨ ਇਸ ਆਵਾਜ਼ ਦੇ ਕਹੇ ਦੇ ਉੱਤੇ ਲੱਗ ਕੇ ਆਪਣੇ ਜੀਵਨ ਨੂੰ ਚਲਾਉਂਦਾ ਹੈਗਾ, ਇਹ ਆਵਾਜ਼ ਉਹਦੇ ਜੀਵਨ ਨੂੰ ਸੁਖੀ ਅਤੇ ਆਨੰਦਮਈ ਬਣਾ ਦਿੰਦੀ ਆ। ਪਰ ਜਿਹੜੇ ਸੱਜਣ ਇਹਦੀ ਪਰਵਾਹ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਹਨੇਰਿਆਂ ਅਤੇ ਦੁੱਖਾਂ ਦੇ ਵਿੱਚ ਚਲੀ ਜਾਂਦੀ ਆ। ਅਖੀਰ ਉਹਨਾਂ ਦਾ ਜ਼ਿੰਦਗੀ ਦਾ ਜੋ ਆਖਰੀ ਸਵਾਸ ਹੁੰਦਾ ਹੈਗਾ
ਉਹ ਸਵਾਸ ਦੇ ਅੰਦਰ ਫਿਰ ਇਹਨਾਂ ਨੂੰ ਇਸ ਆਵਾਜ਼ ਦੀ ਜਿਹੜੀ ਕੀਮਤ ਹੈਗੀ ਆ ਉਹ ਪਤਾ ਲੱਗਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਇਹ ਜਿੰਨੇ ਵੀ ਮੈਂ ਸਵਾਸ ਖਰਚ ਕੀਤੇ ਹੈ ਇਹ ਆਪਣੇ ਝੂਠ ਦੇ ਵਿੱਚ ਹੀ, ਇਸ ਜੂਏ ਦੀ ਬਾਜੀ ਦੇ ਅੰਦਰ ਹੀ ਮੈਂ ਆਪਣੀ ਜ਼ਿੰਦਗੀ ਨੂੰ ਹਾਰ ਗਿਆ ਹਾਂ। ਸੋ ਜਿਹੜੇ ਕੰਮ ਮੈਂ ਆਇਆ ਸੀਗਾ ਉਹ ਤਾਂ ਕੰਮ ਮੈਂ ਕੀਤਾ ਨਹੀਂ। ਉਹਨੂੰ ਇਹਨਾਂ ਗੁਰਬਾਣੀ ਦੇ ਗੁਰਬਾਕਾਂ ਦੀ ਫਿਰ ਸਮਝ ਆ ਜਾਂਦੀ ਆ ਕਿ ਕਬੀਰ ਗਹਿ ਗਿਚ ਪੜਿਓ ਕੁਟੁੰਬ ਕੇ, ਕਾਠੇ ਰਹਿ ਗਿਓ ਰਾਮ, ਆਏ ਪਰੇ ਧਰਮ ਰਾਏ ਕੇ ਵਿੱਚੇ ਤੂੰ ਆ ਤਾਂ। ਕਹਿੰਦੇ ਗਹਿ ਗਿਚ ਪੜਿਓ ਕੁਟੁੰਬ ਕੇ, ਕਹਿੰਦੇ ਕੁਟੁੰਬ ਦੇ ਗਾੜ ਰੌਲੇ ਗੋਲੇ ਵਿੱਚ ਮੈਂ ਫਸ ਗਿਆ, ਝਮੇਲਿਆਂ ਵਿੱਚ। ਕਾਠੇ ਰਹਿ ਗਿਓ ਰਾਮ, ਵਾਹਿਗੁਰੂ ਜੀ ਦਾ ਨਾਮ ਜਿਹੜਾ ਜਪਣਾ ਸੀ ਉਹ ਤਾਂ ਇੱਕ ਕੰਢੀ ਰਹਿ ਗਿਆ। ਪਰ ਕਹਿੰਦੇ ਹੁਣ ਕੀ ਹੋਇਆ, ਆਏ ਪਰੇ ਧਰਮ ਰਾਏ ਕੇ, ਕਹਿੰਦੇ ਧਰਮਰਾਜ ਜੀ ਦੇ ਜਮਦੂਤ ਆ ਗਏ ਅਤੇ ਵਿੱਚੇ ਧੂਆਂ ਧਾਮ, ਇਹ ਜਿਹੜਾ ਸੰਸਾਰ ਦਾ ਰੌਲਾ ਗੋਲਾ ਰੰਗ ਤਮਾਸ਼ੇ ਕਹਿੰਦੇ ਵਿੱਚੇ ਹੀ ਰਹਿ ਗਏ। ਸੋ ਜ਼ਰੂਰੀ ਹੈ ਕਿ ਸਾਡੀ ਜੋ ਅੰਦਰ ਦੀ ਆਵਾਜ਼ ਹੈ, ਜਿਹਨੂੰ ਅਸੀਂ ਆਤਮਾ ਦੀ ਆਵਾਜ਼ ਕਹਿੰਦੇ ਹਾਂ, ਇਹ ਆਤਮਾ ਦੀ ਆਵਾਜ਼ ਪਰਮਾਤਮਾ ਦੇ ਇਸ਼ਾਰੇ ਤੋਂ ਸਾਨੂੰ ਸਮੇਂ ਸਮੇਂ ਦੇ ਉੱਤੇ ਸਾਨੂੰ ਜਗਾਉਂਦੀ ਹੈ ਅਤੇ ਸਾਨੂੰ ਇਸ ਆਵਾਜ਼ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਆਵਾਜ਼ ਦੇ ਦਿੱਤੇ ਨਿਰਦੇਸ਼ਾਂ ਦੇ ਰਾਹੀਂ ਸਾਨੂੰ ਆਪਣੀ ਜ਼ਿੰਦਗੀ ਨੂੰ ਉੱਚਾ ਮੁਕਾਮ ਉੱਤੇ ਪਹੁੰਚਣ ਵਾਸਤੇ ਆਪਣੇ ਗੁਰੂ ਪੀਰਾਂ ਦੀ ਸਹਾਇਤਾ ਜਿਹੜੀ ਹੈ ਉਹ ਪਹਿਲ ਦੇ ਆਧਾਰ 'ਤੇ ਲੈਣੀ ਚਾਹੀਦੀ ਆ, ਤਾਂ ਜੋ ਅਸੀਂ ਇਸ ਦੁਨੀਆ ਦੇ ਵਿੱਚ ਸੁਖੀ ਹੋ ਸਕੀਏ ਅਤੇ ਇਸ ਦੁਨੀਆ ਤੋਂ ਬਾਅਦ ਪਰਲੋਕ ਦੇ ਵਿੱਚ ਆਪਣੇ ਜੀਵਨ ਦੀ ਆਸ ਨੂੰ ਉੱਚਾ ਕਰ ਸਕੀਏ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।